तुमरी शरण तुम्हारी आसा, तुम ही सजन सुहेले, राखो राखनहार दयाला, नानक करके गोले। राखो राखनहार दयाला, नानक करके गोले। जगत गुरु धन 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਅਸੀਂ ਸਾਂਝ ਪਾ ਰਹੇ ਹਾਂ। ਅੱਜ 34ਵੀਂ ਪੌੜੀ ਤੋਂ ਆਰੰਭਤਾ ਹੋਣ ਜਾ ਰਹੀ ਹੈ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬਹੁਤ ਹੀ ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਗਤ ਨੂੰ ਇੱਕ ਉਪਦੇਸ਼ ਦਿੱਤਾ, ਕਿਮ ਸਚਿਆਰਾ ਹੋਈ ਹੈ, ਕਿਮ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਸਚਿਆਰ ਕਿਵੇਂ ਬਣੀਏ, ਝੂਠ ਦੀ ਦੀਵਾਰ ਕਿਵੇਂ ਟੁੱਟੇ, ਉਹਦਾ ਇੱਕੋ ਇੱਕ ਸਾਧਨ ਹੈ ਰੱਬੀ ਹੁਕਮ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਅੱਜ ਦੀ ਇਸ ਪੌੜੀ ਦੇ ਵਿੱਚ ਇੱਕ ਹੋਰ ਵਿਚਾਰ ਆਰੰਭ ਕੀਤੀ 5 ਖੰਡਾਂ ਦੀ, ਕਿ ਜ਼ਿੰਦਗੀ ਦੇ ਵਿੱਚ ਇੱਕ ਇੱਕ ਪੌੜੀ ਕਰਕੇ ਮਨੁੱਖ ਉੱਚਾ ਉੱਠਦਾ ਚਲਾ ਜਾਏ ਅਤੇ ਉਹ ਸੱਚ ਦੀ ਅਵਸਥਾ ਵਿੱਚ ਪਹੁੰਚ ਕੇ ਸਚਿਆਰ ਹੋ ਸਕਦਾ ਹੈ। ਉਹਦਾ ਪਹਿਲਾ ਖੰਡ ਧਰਮ ਹੈ, ਜਿਹਦੀ ਵਿਚਾਰ ਅੱਜ ਸਤਿਗੁਰੂ ਪਾਤਸ਼ਾਹ ਸਾਡੇ ਜੀਵਨ ਦੀ ਝੋਲੀ ਵਿੱਚ ਪਾ ਰਹੇ ਹਨ। ਰਾਤੀ ਰੁੱਤੀ ਥਿੱਤੀ ਵਾਰ। ਗੁਰੂ ਜੀ ਆਖਦੇ ਹਨ, ਜਦੋਂ ਮੈਂ ਇਸ ਜਗਤ ਵੱਲ ਦੇਖਦਾ ਹਾਂ, ਹਰ ਚੀਜ਼ ਇੱਕ ਨਿਯਮ, ਇੱਕ ਧਰਮ 'ਚ ਚੱਲ ਰਹੀ ਹੈ। ਰਾਤਾਂ ਜਿਹੜੀਆਂ ਇੱਕ ਨਿਯਮ 'ਚ ਚੱਲ ਰਹੀਆਂ ਨੇ। ਕੋਈ ਰਾਤ ਨੂੰ ਕਵੇ, ਇਹ ਰਾਤ ਤੈਨੂੰ ਮੈਂ 10 ਲੱਖ ਰੁਪਇਆ ਦਿੰਦਾ ਵਾਂ, ਤੂੰ ਜਲਦੀ ਖਤਮ ਹੋ ਜਾ ਤਾਂ ਕਿ ਜਲਦੀ ਸਵੇਰ ਚੜ੍ਹੇ, ਮੈਂ ਆਪਣੇ ਬਹੁਤ ਸਾਰੇ ਕੰਮ ਪੂਰੇ ਕਰ ਲਵਾਂ। ਜਾਂ ਇਹ ਰਾਤ ਤੈਨੂੰ ਮੈਂ 20 ਲੱਖ ਰੁਪਇਆ ਦਿੰਦਾ, ਤੂੰ 2 ਘੰਟੇ ਹੋਰ ਵੱਧ ਜਾ ਤਾਂ ਕਿ ਮੈਂ 2 ਘੰਟੇ ਹੋਰ ਆਰਾਮ ਕਰ ਲਵਾਂ। ਐਸਾ ਨਹੀਂ ਹੋ ਸਕਦਾ। ਰਾਤ ਨਿਯਮ ਦੇ ਵਿੱਚ ਹੀ ਚੱਲ ਰਹੀ ਹੈ। ਰੁੱਤੀ, ਇਹ ਸਾਰੇ ਬਹੁਵਚਨ ਸ਼ਬਦ ਨੇ। ਰਾਤੀ ਮੈਨੇ ਰਾਤਾਂ, ਹਰ ਇੱਕ ਰਾਤ ਇੱਕ ਨਿਯਮ ਦੇ ਵਿੱਚ ਹੈ, ਜਿਹਨੂੰ ਅਸੀਂ ਖਰੀਦ ਨਹੀਂ ਸਕਦੇ, ਵੱਡਾ ਛੋਟਾ ਨਹੀਂ ਕਰ ਸਕਦੇ। ਰੁੱਤੀ, ਹਰ ਰੁੱਤ ਇੱਕ ਨਿਯਮ ਦੇ ਵਿੱਚ ਹੈ। ਕੋਈ ਗਰਮੀ ਨੂੰ ਇਹ ਨਹੀਂ ਕਹਿ ਸਕਦਾ ਹੈ ਗਰਮੀ, ਜਦੋਂ ਤੂੰ ਆਉਂਦੀ ਹੈ ਮੈਨੂੰ ਫਿੰਸੀਆਂ ਹੋ ਜਾਂਦੀਆਂ ਨੇ, ਚਮੜੀ ਜਲਦੀ ਹੈ, ਤੂੰ ਇਸ ਤਰ੍ਹਾਂ ਕਰ, ਮੇਰੇ ਕੋਲ 1 ਕਰੋੜ ਰੁਪਇਆ ਲੈ, ਤੂੰ ਨਾ ਆ ਜਾਂ ਜਲਦੀ ਚਲੀ ਜਾ। ਐਸਾ ਨਹੀਂ ਹੋ ਸਕਦਾ। ਇਹ ਸਰਦੀ, ਜਦੋਂ ਤੂੰ ਆਨੀ ਠੰਡ ਬੜੀ ਹੁੰਦੀ ਹੈ, ਤੂੰ ਨਾ ਆ, ਨਹੀਂ ਹੋ ਸਕਦਾ। ਇਹ ਬਰਸਾਤ, ਜਦੋਂ ਤੂੰ ਆਉਂਦੀ ਹੈ ਮੇਰੇ ਕੰਮ ਕਾਰ ਰੁਕ ਜਾਂਦੇ ਨੇ, ਜਾਂ ਮੇਰੇ ਖੇਤ 'ਚ ਸੋਕਾ ਹੈ, ਇਹ ਬਰਸਾਤ ਤੈਨੂੰ ਮੈਂ 10 ਲੱਖ ਰੁਪਏ ਦਿੰਦਾ ਵਾਂ, ਤੂੰ ਮਹੀਨਾ ਪਰ ਚਲਦੀ ਰਹਿ, ਨਹੀਂ ਹੋ ਸਕਦਾ। ਇਹ ਰੁੱਤਾਂ ਜਿਹੜੀਆਂ ਨੇ ਆਪਣੀ ਨਿਯਮਾਂ 'ਚ ਆਉਂਦੀਆਂ ਨੇ, ਇਹਨਾਂ ਨੂੰ ਖਰੀਦਿਆ ਨਹੀਂ ਜਾ ਸਕਦਾ। ਇਹ ਹੁਕਮ ਤੋਂ ਬਾਹਰ ਨਹੀਂ, ਸਾਰੇ ਆਪੋ ਆਪਣਾ ਧਰਮ ਨਿਭਾ ਰਹੇ ਨੇ। ਇਹ ਥਿੱਤੀ ਮੈਨੇ ਤਰੀਕਾਂ, ਏਕਮ ਦੂਤ ਤੀਹ ਚੌਥ, ਜਿਹਨੂੰ ਅਸੀਂ ਇੰਗਲਿਸ਼ ਵਿੱਚ 1 2 3 4 ਤਰੀਕ ਕਹਿ ਦਿੰਦੇ ਹਾਂ। ਕੋਈ ਬੰਦਾ ਕਵੇ ਕਿ 5 ਤਰੀਕ ਨੂੰ ਮੈਂ ਬਹੁਤ ਜ਼ਰੂਰੀ ਕੰਮ ਕਰਨਾ ਸੀ, ਅੱਜ ਤੇ 6 ਤਰੀਕ ਹੋ ਗਈ, ਇਹ 5 ਤਰੀਕ ਤੋਂ ਕੱਲ੍ਹ ਨੂੰ ਫਿਰ ਆ ਜਾਈ, ਮੈਂ ਜ਼ਰੂਰੀ ਕੰਮ ਕਰ ਲਵਾਂ। ਨਹੀਂ, ਤਰੀਕ ਕਹੇਗੀ ਮੈਂ 1 ਮਹੀਨੇ ਬਾਅਦ ਹੀ ਆਵਾਂਗੀ। ਵਾਰ, ਜਿਵੇਂ ਐਤ ਸੋਮ ਮੰਗਲ ਬੁੱਧ, ਇਹ ਵਾਰ ਨੇ। ਬੰਦਾ ਕਵੇ ਕਿ ਮੈਂ ਤੇ ਐਤਵਾਰ ਨੂੰ ਬਹੁਤ ਜ਼ਰੂਰੀ ਕੰਮ ਕਰਨਾ ਸੀ, ਅੱਜ ਤੇ ਸੋਮਵਾਰ ਹੋ ਗਿਆ, ਇਹ ਐਤਵਾਰ ਕੱਲ੍ਹ ਤੂੰ ਫਿਰ ਆ ਜਾਈ, ਤੇ ਐਤਵਾਰ ਕਹੇਗਾ ਮੈਂ ਹਫ਼ਤੇ ਬਾਅਦ ਹੀ ਆਵਾਂਗਾ। ਇਹ ਖਰੀਦੇ ਨਹੀਂ ਜਾ ਸਕਦੇ। ਆਪੋ ਆਪਣਾ ਧਰਮ ਨਿਭਾ ਰਹੇ ਨੇ, ਆਪੋ ਆਪਣੇ ਫਰਜ਼ ਪੂਰੇ ਕਰ ਰਹੇ ਨੇ, ਰੱਬੀ ਨਿਯਮਾਂ ਦੇ ਵਿੱਚ ਧਰਮ ਨਿਭਾ ਰਹੇ ਨੇ, ਆਪਣੇ ਧਰਮ ਤੋਂ ਢੋਲਦੇ ਨਹੀਂ ਹਨ। ਭਾਵੇਂ ਰਾਤਾਂ ਹੋਣ, ਭਾਵੇਂ ਰੁੱਤਾਂ ਹੋਣ, ਭਾਵੇਂ ਥਿੱਤਾਂ ਹੋਣ, ਭਾਵੇਂ ਦਿਨ ਵਾਰ ਆਦਿਕ ਹੋਣ। ਪਵਨ ਪਾਣੀ ਅਗਨੀ ਪਾਤਾਲ, ਪਵਨ ਮੈਨੇ ਹਵਾ, ਉਹ ਵੀ ਆਪਣਾ ਧਰਮ ਨਿਭਾ ਰਹੀ ਹੈ, ਉਹ ਵੀ ਰੁਮਕ ਰਹੀ ਹੈ, ਚੱਲ ਰਹੀ ਹੈ। ਕੋਈ ਹਵਾ ਨੂੰ ਖਰੀਦ ਨਹੀਂ ਸਕਦਾ ਕਿ ਮੈਂ ਸਾਰੀ ਧਰਤੀ ਦੀ ਹਵਾ ਖਰੀਦ ਲਵਾਂ, ਫਿਰ ਜਿਹਨੂੰ ਚਾਹੇ ਜਿੰਨੀ ਮਰਜ਼ੀ ਕੀਮਤ 'ਤੇ ਵੇਚਾਂ, ਫਿਰ ਜ਼ਿੰਦਗੀ ਮੈਂ ਦਿਆ ਕਰਾਂਗਾ। ਨਹੀਂ, ਹਵਾ ਨੂੰ ਖਰੀਦਿਆ ਨਹੀਂ ਜਾ ਸਕਦਾ। ਅਤੇ ਹਵਾ ਵੀ ਆਪਣਾ ਧਰਮ ਨਿਭਾ ਰਹੀ ਹੈ। ਇਹ ਨਹੀਂ ਕਿ ਅਮੀਰ ਨੂੰ ਤਾਂ ਮੈਂ ਜੀਵਨ ਦੇ ਦਿਆਂ, ਪਰ ਗਰੀਬ ਨੂੰ ਜੀਵਨ ਕਿਉਂ ਦੇਵਾਂ। ਧਰਮੀ ਨੂੰ ਤਾਂ ਮੈਂ ਜੀਵਨ ਦੇ ਦਿਆਂ, ਪਾਪੂ ਨੂੰ ਤਾਂ ਮੈਂ ਮੌਤ ਦੇਵਾਂਗੀ, ਪਾਪੀ ਨੂੰ ਜੀਵਨ ਨਹੀਂ ਦਿਆਂਗੀ। ਉਹ ਧਰਮ ਨਿਭਾ ਰਹੀ ਹੈ, ਹਰ ਇੱਕ ਨੂੰ ਬਰਾਬਰ ਸਵਾਸ ਦੇ ਰਹੀ ਹੈ, ਜੀਵਨ ਦੇ ਰਹੀ ਹੈ। ਪਾਣੀ, ਕੋਈ ਬੰਦਾ ਕਵੇ ਸਾਰੀ ਧਰਤੀ ਦਾ ਪਾਣੀ ਖਰੀਦ ਲਵਾਂ, ਲੋਕ ਮੇਰੇ ਤੋਂ ਖਰੀਦਣ, ਪਾਣੀ ਖਰੀਦਿਆ ਨਹੀਂ ਜਾ ਸਕਦਾ। ਹਾਂ, ਪਾਣੀ ਘਰ ਪਹੁੰਚਾਉਣ ਵਾਲੇ ਟਰਾਂਸਪੋਰਟ ਦਾ ਖਰਚਾ ਲੈ ਲੈਂਦੇ ਨੇ, ਪਾਣੀ ਦੀ ਕੀਮਤ ਥੋੜ੍ਹੀ ਹੈ।
ਕੋਈ ਪਾਣੀ ਨੂੰ ਕਵੇ, ਹੇ ਪਾਣੀ, ਤੂੰ ਆਪਣਾ ਨਿਵਾਣ ਵਾਲਾ ਸੁਭਾਅ ਛੱਡ ਦੇ, ਉੱਪਰ ਜਾਇਆ ਕਰ। ਉਹ ਕਹੇਗਾ ਮੇਰਾ ਧਰਮ ਹੈ ਨੀਵਾਂ ਹੋਣਾ, ਪਹਾੜ ਦੀ ਚੋਟੀ ਤੇ ਵੀ ਡੋਲ ਦਿਓਗੇ ਨੀਵਾਂ ਹੀ ਆਵਾਂਗਾ। ਪਾਣੀ ਦਾ ਸੁਭਾਅ ਨਿਰਮਲਤਾ, ਮੈਲ ਨੂੰ ਧੋ ਕੇ ਸਾਫ਼ ਕਰਦਾ ਹੈ। ਪਾਣੀ ਦਾ ਸੁਭਾਅ ਸ਼ੀਤਲਤਾ, ਉਹਦੇ 'ਚ ਠੰਡਾ ਦਾ ਗੁਣ ਭਰਿਆ ਹੋਇਆ ਹੈ। ਉਬਲਦੇ ਖੋਲਦੇ ਪਾਣੀ ਨੂੰ ਵੀ ਅੱਗ ਤੇ ਪਾ ਦਿਓ, ਉਹ ਅੱਗ ਭੜਕਾਉਂਦਾ ਨਹੀਂ, ਬੁਝਾਉਣ ਦਾ ਹੀ ਕੰਮ ਕਰਦਾ ਹੈ, ਕਿਉਂਕਿ ਸ਼ੀਤਲਤਾ, ਠੰਡਕ ਦਾ ਗੁਣ ਉਹਦੇ ਅੰਦਰ ਸਮਾਇਆ ਹੋਇਆ ਹੈ। ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਵਾਣ ਨੂੰ, ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ, ਉਹ ਆਪਣੇ ਫਰਜ਼ ਪੂਰੇ ਕਰ ਰਿਹਾ ਹੈ। ਅਗਨੀ, ਅੱਗ ਆਪਣੇ ਫਰਜ਼ ਪੂਰੇ ਕਰ ਰਹੀ ਹੈ। ਨਿਰਵੈਰ ਵੀ ਹੈ, ਨਿਰਭਉ ਵੀ ਹੈ, ਕਿਸੇ ਨਾਲ ਦੁਸ਼ਮਣੀ ਨਹੀਂ ਹੈ ਇਹਦੀ। ਇਹ ਨਹੀਂ ਕਿ ਅਮੀਰ ਦੀ ਰੋਟੀ ਪਕਾਉਂਦੀ ਗਰੀਬ ਦੇ ਚੁੱਲ੍ਹੇ ਨੂੰ ਠੰਡਾ ਕਰ ਦਿੰਦੀ ਹੈ। ਔਰ ਨਿਰਵੈਰ ਹੈ, ਇਸ ਦਾ ਕਿਸੇ ਨਾਲ ਵੈਰ ਨਹੀਂ ਕਿ ਅਮੀਰ ਨੇ ਹੱਥ ਪਾਇਆ ਉਹਦੇ ਹੱਥ ਨੂੰ ਨਹੀਂ ਸਾੜੇਗੀ, ਗਰੀਬ ਦੇ ਹੱਥ ਨੂੰ ਸਾੜ ਦੇਗੀ। ਉਹ ਬਿਲਕੁਲ ਨਿਰਭਉ ਤੇ ਨਿਰਵੈਰ ਹੈ, ਆਪਣੇ ਨਿਯਮ ਪੂਰੇ ਕਰ ਰਹੀ ਹੈ। ਪਾਤਾਲ, ਨੀਵੀਆਂ ਥਾਵਾਂ, ਸਾਰੇ ਨਿਯਮਾਂ ਦੇ ਵਿੱਚ ਨੇ। ਇਹ ਨਹੀਂ ਕਿ ਸਮੁੰਦਰ ਦੇ ਵਿੱਚ ਨੀਵੀਆਂ ਥਾਵਾਂ ਵਾਲੇ ਜੀਵ ਧਰਤੀ ਤੇ ਆ ਕੇ ਰਹਿਣਾ ਸ਼ੁਰੂ ਕਰ ਦੇਣ, ਮੱਛੀਆਂ ਜ਼ਮੀਨ ਤੇ ਜਾਂ ਰੁੱਖਾਂ ਤੇ ਰਹਿਣ ਲੱਗ ਜਾਣ। ਉਹ ਨਿਯਮਾਂ ਵਿੱਚ ਚੱਲ ਰਹੇ। ਨੀਵੇਂ ਪਤਾਲ ਭਾਵ ਨੀਵੀਆਂ ਜਗ੍ਹਾ। ਅਸੀਂ ਪਿੱਛੇ ਵਿਚਾਰ ਕਰਕੇ ਆਏ ਹਾਂ ਪਤਾਲ ਦੇ ਬਾਰੇ, ਭਾਵ ਕੁੱਲ ਕਾਇਨਾਤ ਨੂੰ ਜਦੋਂ ਅਸੀਂ ਦੇਖਦੇ ਹਾਂ, ਗੁਰੂ ਜੀ ਆਖਦੇ ਨੇ ਸਾਰੇ ਆਪੋ ਆਪਣਾ ਧਰਮ ਨਿਭਾ ਰਹੇ ਨੇ, ਆਪੋ ਆਪਣਾ ਫਰਜ਼ ਪੂਰਾ ਕਰ ਰਹੇ ਨੇ, ਔਰ ਕੋਈ ਵੀ ਆਪਣੇ ਫਰਜ਼ ਤੋਂ ਕੋਤਾਹੀ ਨਹੀਂ ਕਰ ਰਿਹਾ। ਬੜੇ ਧਰਮ ਦੇ ਵਿੱਚ ਨੇ। ਕਾਸ਼ ਆਹ ਧਰਮ ਵਾਲਾ ਗੁਣ ਮਨੁੱਖ ਦੇ ਵਿੱਚ ਵੀ ਆ ਜਾਂਦਾ, ਕਿਉਂਕਿ ਪ੍ਰਭੂ ਨੇ ਧਰਤੀ ਬਣਾਈ ਹੀ ਇਸ ਵਾਸਤੇ ਹੈ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹਨਾਂ ਰਾਤਾਂ ਰੁੱਤਾਂ, ਇਹਨਾਂ ਵਾਰਾਂ ਥਿੱਤਾਂ ਵਿੱਚ, ਅੱਗ ਹਵਾ ਪਾਣੀ ਪਤਾਲ ਦੇ ਵਿੱਚ ਪ੍ਰਭੂ ਨੇ ਧਰਤੀ ਨੂੰ ਟਿਕਾ ਕੇ ਰੱਖਿਆ, ਬਣਾ ਕੇ ਰੱਖਿਆ। ਇਹਨਾਂ ਧਰਮ ਨਿਭਾਉਣ ਵਾਲਿਆਂ ਤੱਤਾਂ ਦੇ ਵਿੱਚ ਹੀ ਧਰਤੀ ਰੱਖ ਦਿੱਤੀ ਵੀ ਤੂੰ ਵੀ ਧਰਮ ਨਿਭਾਉਣਾ ਹੈ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਧਰਮਸਾਲ ਬਣਾ ਦਿੱਤੀ। ਸਾਲ ਮੈਨੇ ਘਰ, ਜਿਹੜਾ ਧਰਮ ਦਾ ਘਰ ਹੈ, ਜਿੱਥੇ ਧਰਮ ਕਮਾਉਣਾ ਹੈ। ਧਰਤੀ ਆਪਣਾ ਧਰਮ ਕਮਾ ਰਹੀ ਹੈ। ਕੋਈ ਧਰਤੀ ਨੂੰ ਕਵੇ ਕਿ ਮੈਂ ਤੈਨੂੰ 1 ਲੱਖ ਵਿੱਚ ਖਰੀਦੀ ਹੈ, ਮੈਂ ਕਿੱਕਰ ਦੇ ਕੰਡੇ ਬੀਜ ਲਿਆ, ਤੂੰ ਮੈਨੂੰ ਅੰਗੂਰ ਦਹੀਂ। ਧਰਤੀ ਕਹੇਗੀ ਮੈਂ ਆਪਣਾ ਧਰਮ ਨਿਭਾਵਾਂਗੀ, ਕੰਡੇ ਬੀਜੇਗਾ ਕੰਡੇ ਦੇ ਦਿਆਂਗੀ, ਅੰਗੂਰ ਬੀਜੇਗਾ ਅੰਗੂਰ ਦੇ ਦਿਆਂਗੀ, ਮੈਂ ਆਪਣੇ ਧਰਮ ਤੋਂ ਦੂਰ ਨਹੀਂ ਜਾਵਾਂਗੀ। ਧਰਤੀ ਆਪਣਾ ਧਰਮ ਕਮਾ ਰਹੀ ਹੈ। ਧਰਤੀ ਉੱਪਰ ਉੱਗਣ ਵਾਲੇ ਪੇੜ ਪੌਦੇ ਫਲ ਸਬਜ਼ੀਆਂ ਆਪਣਾ ਧਰਮ ਕਮਾ ਰਹੇ ਨੇ। ਕੋਈ ਸੇਬ ਦੇ ਰੁੱਖ ਨੂੰ ਕਵੇ ਹੇ ਸੇਬ ਚੱਲ ਤੂੰ ਅੰਬ ਦੇਣੇ ਸ਼ੁਰੂ ਕਰ ਦੇ, ਉਹ ਕਹੇਗਾ ਮੇਰਾ ਕੰਮ ਸੇਬ ਦੇਣਾ, ਮੈਂ ਸੇਬ ਹੀ ਦੇਵਾਂਗਾ। ਕੋਈ ਸਬਜ਼ੀ ਨੂੰ ਕਵੇ, ਗੋਭੀ ਦੇ ਬੂਟੇ ਨੂੰ ਕਵੇ ਚੱਲ ਤੂੰ ਬੈਂਗਣ ਦੇਣੇ ਸ਼ੁਰੂ ਕਰ ਦੇ, ਉਹ ਕਹੇਗੀ ਮੈਂ ਤੇ ਗੋਭੀ ਹੀ ਦੇਵਾਂਗੀ। ਉਹ ਆਪੋ ਆਪਣਾ ਧਰਮ ਫਰਜ਼ ਪੂਰਾ ਕਰ ਰਹੇ ਨੇ, ਧਰਮ ਤੋਂ ਕੋਤਾਹੀ ਨਹੀਂ ਕਰ ਰਹੇ। ਧਰਤੀ ਧਰਮਸਾਲ ਹੈ, ਜਿੱਥੇ ਧਰਮ ਕਮਾਉਣਾ ਹੈ। ਇਹ ਜੀਵ ਤੂੰ ਧਰਮ ਕਮਾਇਆ। ਜਿਹੜੇ 5 ਖੰਡਾਂ ਦਾ ਅੱਜ ਗੁਰੂ ਨਾਨਕ ਸਾਹਿਬ ਜ਼ਿਕਰ ਆਰੰਭ ਕਰ ਰਹੇ ਨੇ, ਉਹਦੇ ਵਿੱਚੋਂ ਪਹਿਲਾ ਖੰਡ ਹੈ ਧਰਮ ਖੰਡ। ਸਭ ਤੋਂ ਪਹਿਲਾਂ ਧਰਮੀ ਹੋ। ਕਦੀ ਧਿਆਨ ਨਾਲ ਦੇਖੋ, ਕਿਸੇ ਇੱਕ ਪਿੰਡ ਦੇ ਵਿੱਚ 4-5 ਗੁਰਦੁਆਰੇ ਮਿਲ ਜਾਣਗੇ, 1-2 ਮੰਦਿਰ ਵੀ ਮਿਲ ਜਾਣਗੇ, ਕੋਈ ਇੱਕ ਅੱਧਾ ਚਰਚ ਜਾਂ ਮਸੀਤ ਵੀ ਮਿਲ ਜਾਏਗੀ, ਕੋਈ ਖਾਨਗਾਹ ਪੀਰ ਦੀ ਕਬਰ ਵੀ ਮਿਲ ਜਾਏਗੀ। ਇੱਕ ਨਗਰ ਦੇ ਵਿੱਚ 7-8 ਧਾਰਮਿਕ ਸਥਾਨ ਮਿਲ ਜਾਣਗੇ ਤੁਹਾਨੂੰ, ਔਰ ਸਵੇਰ ਤੋਂ ਲੈ ਕੇ ਚਾਰੋਂ ਤਰਫੋਂ ਤੁਹਾਨੂੰ ਸਪੀਕਰਾਂ ਵਿੱਚੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਤਰ੍ਹਾਂ ਤਰ੍ਹਾਂ ਦੇ ਗ੍ਰੰਥਾਂ ਦੇ ਪਾਠ ਪੂਰੇ ਪਿੰਡ ਵਿੱਚ ਤੁਹਾਨੂੰ ਸੁਣਾਈ ਦੇਣਗੇ, ਸ਼ਾਮ ਨੂੰ ਵੀ ਸੁਣਾਈ ਦੇਣਗੇ। ਇੱਕ ਪਿੰਡ ਦੇ ਵਿੱਚ ਜੇ 7-8 ਧਾਰਮਿਕ ਅਸਥਾਨ ਨੇ, ਉਹ ਪਿੰਡ ਤੇ ਕਿੰਨਾ ਧਰਮੀਆਂ ਦਾ ਪਿੰਡ ਹੋਵੇਗਾ। ਸਵੇਰ ਸ਼ਾਮ ਉਹਨਾਂ ਦੇ ਕੰਨਾਂ 'ਚ ਰੱਬੀ ਬੋਲ ਪੈ ਰਹੇ ਨੇ, ਗ੍ਰੰਥਾਂ ਦੀ ਵਿਚਾਰ ਪੈ ਰਹੀ ਹੈ। ਉਹ ਪੂਰਾ ਪਿੰਡ ਹੀ ਧਰਮੀਆਂ ਦਾ ਹੋਵੇਗਾ। ਕਿੱਡਾ ਧਰਮ ਹੋਏਗਾ ਇਸ ਪਿੰਡ ਵਿੱਚ। ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਧਰਮੀ ਹੋਏਗਾ। ਪਰ ਅਸਲੀਅਤ ਕੀ ਹੈ? ਰਾਤ ਦੇ 10-11 ਵਜੇ ਹੋਣ, ਉਸ ਪਿੰਡ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਕੋਈ ਨੌਜਵਾਨ ਬੱਚੀ ਇਕੱਲਾ ਨਹੀਂ ਸਫ਼ਰ ਕਰ ਸਕਦੀ, ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀ। ਕਿੱਥੇ ਗਿਆ ਧਰਮ? 8-10 ਧਾਰਮਿਕ ਸਥਾਨ ਸਨ। ਸਵੇਰ ਰਾਤ ਸਾਰਾ ਦਿਨ ਧਰਮ ਦੀਆਂ ਆਵਾਜ਼ਾਂ ਕੰਨਾਂ 'ਚ ਪੈਂਦੀਆਂ ਰਹੀਆਂ, ਧਰਮ ਗ੍ਰੰਥਾਂ ਦੇ ਬੋਲ ਉਪਦੇਸ਼ ਕੰਨਾਂ 'ਚ ਪੈਂਦਾ ਰਿਹਾ। ਪੂਰਾ ਪਿੰਡ ਧਰਮੀ ਹੋਣਾ ਚਾਹੀਦਾ ਸੀ। ਨਤੀਜਾ ਇਹ ਹੈ, ਰਾਤ 10-11 ਵਜੇ ਕੋਈ ਨੌਜਵਾਨ ਬੱਚੀ ਧੀ ਭੈਣ ਪਿੰਡ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਇਕੱਲੀ ਰਾਤ ਨੂੰ ਨਹੀਂ ਜਾ ਸਕਦੀ। ਫਿਰ ਧਰਮ ਕਿੱਥੇ ਹੈ? ਅਸੀਂ ਜਿਨ੍ਹਾਂ ਦੇਸ਼ਾਂ ਦੇ, ਪੱਛਮੀ ਦੇਸ਼ਾਂ ਦੇ ਲੋਕਾਂ ਨੂੰ ਕਹਿੰਦੇ ਹਾਂ ਗੋਰਿਆਂ ਨੂੰ ਇਹ ਤੇ ਧਰਮੀ ਨਹੀਂ ਹਨ, ਮੈਂ ਇਹ ਨਹੀਂ ਆਖਦਾ ਬੜੇ ਧਰਮੀ ਨੇ, ਪਰ ਜਦੋਂ ਮੈਂ ਉਹਨਾਂ ਦੇਸ਼ਾਂ 'ਚ ਜਾ ਕੇ ਰਿਐਲਿਟੀ ਦੇਖਦਾ, ਰਾਤ 2-2 ਵਜੇ ਨੌਜਵਾਨ ਧੀਆਂ ਭੈਣਾਂ ਕੋਈ ਬੱਸ 'ਚ ਸਫ਼ਰ ਕਰ ਰਹੀ, ਕੋਈ ਟ੍ਰੇਨ 'ਚ ਇਕੱਲੀ ਸਫ਼ਰ ਕਰ ਰਹੀ ਹੈ,
ਕੋਈ ਸਟੋਰ 'ਚ ਜਾ ਕੇ ਸ਼ਾਪਿੰਗ ਕਰ ਰਹੀ ਹੈ, ਕੋਈ ਰਾਤ ਨੂੰ ਜੌਬ ਤੇ ਜਾ ਕੇ ਵਾਪਸ ਆ ਰਹੀ ਹੈ, ਕੋਈ ਉਹਨਾਂ ਵੱਲ ਉੱਚੀ ਅੱਖ ਕਰਕੇ ਨਹੀਂ ਦੇਖਦਾ। ਫਿਰ ਧਰਮ ਕਿੱਥੇ ਹੈ? ਜਿੱਥੇ 10-10 ਧਰਮ ਸਥਾਨ ਨੇ ਉੱਥੇ ਹੈ, ਜਿੱਥੇ ਇੱਕ ਵੀ ਨਹੀਂ ਆ ਉੱਥੇ ਹੈ। ਇਹਦਾ ਮਤਲਬ ਧਰਮ ਸਥਾਨ ਦਾ ਸੰਬੰਧ ਸੋਚ ਦੇ ਨਾਲ ਹੈ, ਗੁਣਾਂ ਦੇ ਨਾਲ ਹੈ, ਫਰਜ਼ਾਂ ਦੇ ਨਾਲ ਹੈ। ਉੱਥੇ ਲੋਕ ਫਰਜ਼ ਪੂਰੇ ਕਰ ਰਹੇ ਨੇ ਧਰਮ ਦੇ ਨਾਂ 'ਤੇ, ਅਸੀਂ ਤੇ ਆਪਣੇ ਫਰਜ਼ ਪੂਰੇ ਨਹੀਂ ਕਰ ਰਹੇ ਹਾਂ। ਸੁਣਦੇ ਹਾਂ, ਫਰਜ਼ ਨਹੀਂ ਪੂਰੇ ਕਰ ਰਹੇ। ਕਹਿੰਦੇ ਹਾਂ ਕਿ ਸਾਰਿਆਂ 'ਚ ਰੱਬ ਹੈ, ਪਰ ਵੇਖ ਨਹੀਂ ਰਹੇ, ਵਿਚਾਰ ਨਹੀਂ ਰਹੇ, ਸਮਝ ਨਹੀਂ ਰਹੇ। ਮੈਂ ਨਹੀਂ ਆਖਦਾ ਉੱਥੇ ਧਰਮ ਬੜਾ ਹੋਏਗਾ। ਮੇਰੇ ਕਹਿਣ ਦਾ ਭਾਵ ਇਹ ਹੈ, ਜਿੱਥੇ ਧਰਮ ਸਥਾਨ ਨੇ ਘੱਟੋ ਘੱਟ ਉੱਥੇ ਤੇ ਧਰਮ ਹੋਣਾ ਚਾਹੀਦਾ ਸੀ। ਕਿੱਥੇ ਹੈ? ਘਰ ਵਿੱਚ ਹੱਥ ਸਾਫ਼ ਕਰਨੇ ਨੇ ਧੋ ਕੇ, ਅਸੀਂ ਥੋੜ੍ਹਾ ਜਿਹਾ ਟਿਸ਼ੂ ਪੇਪਰ ਪਾੜ ਕੇ ਸਾਫ਼ ਕਰਦੇ ਹਾਂ, ਪਰ ਜੇ ਉਹੀ ਗੁਰਦੁਆਰੇ ਸਾਫ਼ ਕਰਨੇ ਨੇ 1 2 3 4 ਖਿੱਚ ਕੇ ਅਸੀਂ ਪਾੜ ਕੇ ਪਰਾਂ ਛੱਡ ਦਿੱਤੇ। ਕਿੱਥੇ ਗਿਆ ਧਰਮ? ਘਰੇ ਟੂਟੀ ਚਲਦੀ ਬੰਦ ਕਰ ਦਿੱਤੀ, ਗੁਰਦੁਆਰੇ ਚਲਦੀ ਚਲੀ ਜਾਏ, ਕੌਣ ਦੇਖਦਾ? ਸਾਡਾ ਫਰਜ਼ ਕਿੱਥੇ ਗਿਆ? ਗੁਰਦੁਆਰੇ ਜਾ ਕੇ ਮੱਥਾ ਟੇਕਿਆ, ਪਾਠ ਸੁਣਿਆ, ਕੀਰਤਨ ਸੁਣਿਆ, ਕਥਾ ਸੁਣੀ, ਸੇਵਾ ਕੀਤੀ, ਗੁਰਦੁਆਰੇ ਤੋਂ ਬਾਹਰ ਆਏ, ਜੇਬ ਚੋਂ ਟੌਫੀ ਕੱਢੀ, ਟੌਫੀ ਖਾਧੀ, ਕਾਗਜ਼ ਸੜਕ ਤੇ ਸੁੱਟ ਦਿੱਤਾ, ਧਰਮ ਮਿੱਟੀ ਹੋ ਗਿਆ। ਕਿਉਂਕਿ ਧਰਮੀ ਬੰਦਾ ਉਹ ਤੇ ਸਮਾਜ ਦੀ ਸਫਾਈ ਕਰਦਾ ਹੈ, ਸਮਾਜ ਵਿੱਚ ਗੰਦਗੀ ਥੋੜ੍ਹੀ ਫੈਲਾਉਂਦਾ ਹੈ। ਧਰਮ ਸਥਾਨ ਤੇ ਇੰਨੇ ਸ਼ੁਭ ਕਰਮ ਕਰਕੇ ਬਾਹਰ ਆ ਕੇ ਜੇ ਕਾਗਜ਼ ਵੀ ਸੜਕ ਤੇ ਸੁੱਟ ਦਿੱਤਾ, ਧਰਮ ਮਿੱਟੀ ਹੋ ਗਿਆ। ਧਰਮੀ ਆਦਮੀ ਸਮਾਜ ਵਿੱਚ ਗੰਦਗੀ ਨਹੀਂ ਫੈਲਾਉਂਦਾ, ਉਹ ਸਮਾਜ ਨੂੰ ਸੋਹਣਾ ਬਣਾਉਂਦਾ ਹੈ। ਅਸੀਂ ਸੰਸਾਰ ਨੂੰ ਕੂੜੇਦਾਨ ਥੋੜ੍ਹੇ ਬਣਾਉਣਾ ਆ, ਅਸੀਂ ਤੇ ਇਹਨੂੰ ਹਰ ਕਾ ਬਾਗਰਾ ਬਣਾਉਣਾ ਹੈ, ਰੱਬ ਦਾ ਸੋਹਣਾ ਖਿੜਿਆ ਬਾਗ ਬਣਾਉਣਾ ਹੈ, ਸੁੰਦਰ ਬਣਾਉਣਾ ਹੈ। ਕਿੱਥੇ ਹੈ ਧਰਮ? ਔਰ ਇਹ ਨਹੀਂ ਕੇਵਲ ਗੁਰਦੁਆਰਿਆਂ ਵਿੱਚ ਹੀ, ਘਰਾਂ ਵਿੱਚ ਵੀ। ਬਰਸ਼ ਕਰ ਰਹੇ ਹਾਂ, ਟੂਟੀ ਚੱਲ ਰਹੀ, ਫੋਨ ਆਇਆ, ਇੱਕ ਕੰਨ ਨੂੰ ਫੋਨ ਲਾਇਆ ਔਰ 3 4 5 10 15 ਮਿੰਟ ਫੋਨ ਤੇ ਗੱਲ ਕਰੀ ਗਏ, ਪਾਣੀ ਵਗੀ ਗਿਆ। ਅਸੀਂ 4 ਜਣਿਆਂ ਦੇ ਇਸ਼ਨਾਨ ਦਾ ਪਾਣੀ ਵੇਸਟ ਕਰ ਦਿੱਤਾ। ਕਿੱਥੇ ਗਿਆ ਧਰਮ? ਘਰ ਵਿੱਚ ਵੀ ਨਹੀਂ ਹੈ। ਇਹ ਧਰਤੀ ਧਰਮਸਾਲ ਹੈ, ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਪ੍ਰਭੂ ਨੇ ਧਰਤੀ ਨੂੰ ਧਰਮਸਾਲ ਬਣਾਇਆ, ਇੱਥੋਂ ਤੂੰ ਧਰਮ ਕਮਾਉਣਾ ਹੈ। ਤੇ ਧਰਮ ਦੇ ਅਰਥ ਕੀ ਨੇ? ਧਰਮ ਦੇ ਅਰਥ ਹਨ ਫਰਜ਼। ਜਿਵੇਂ ਜੋਗੀ ਦਾ ਧਰਮ ਮੰਨ ਲਿਆ ਵੀ ਤੂੰ ਗ੍ਰੰਥਾਂ ਦਾ ਪੜ੍ਹਨਾ ਹੈ, ਬ੍ਰਾਹਮਣ ਦਾ ਧਰਮ ਮੰਨ ਲਿਆ ਕਿ ਤੂੰ ਗ੍ਰੰਥਾਂ ਦੀ ਵਿਚਾਰ ਗਿਆਨ ਕਮਾਉਣਾ ਹੈ, ਖੱਤਰੀ ਦਾ ਧਰਮ ਉਹਦਾ ਫਰਜ਼ ਮੰਨ ਲਿਆ ਤੂੰ ਸੂਰਮਤਾ ਹੀ ਦਿਖਾਉਣੀ ਹੈ, ਸ਼ੂਦਰ ਦਾ ਧਰਮ ਮੰਨ ਲਿਆ ਵੀ ਤੇਰਾ ਫਰਜ਼ ਹੈ ਉੱਪਰਲੇ ਵਰਨਾਂ ਦੀ ਨਿਸ਼ਕਾਮ ਸੇਵਾ ਕਰਨੀ ਹੈ। ਗੁਰੂ ਜੀ ਆਖਦੇ ਕਿ ਮਨੁੱਖ ਇੱਕ ਹੈ, ਟੁਕੜੇ ਉਹਦੇ 4 ਕਰ ਦਿੱਤੇ, ਹਰ ਇੱਕ ਦਾ ਵੱਖੋ ਵੱਖਰਾ ਫਰਜ਼ ਥਾਪ ਦਿੱਤਾ ਤੁਸੀਂ। ਜੋਗ ਸ਼ਬਦੰ ਗਿਆਨ ਸ਼ਬਦੰ, ਵੇਦ ਸ਼ਬਦੰ ਬ੍ਰਾਹਮਣ ਹੈ, ਬ੍ਰਾਹਮਣ ਦਾ ਫਰਜ਼ ਵੇਦਾਂ ਨੂੰ ਪੜ੍ਹਨਾ, ਜੋਗੀ ਦਾ ਕੰਮ ਗਿਆਨ। ਖੱਤਰੀ ਸ਼ਬਦੰ ਸੂਰ ਸ਼ਬਦੰ, ਸੂਦਰ ਸ਼ਬਦੰ ਪ੍ਰਾਕ੍ਰਿਤ ਹੈ। ਖੱਤਰੀ ਦਾ ਧਰਮ ਉਹਦਾ ਫਰਜ਼ ਹੈ ਸੂਰਮਤਾਈ, ਸ਼ੂਦਰ ਦਾ ਕੰਮ ਉੱਪਰਲੇ ਵਰਨਾਂ ਦੀ ਸੇਵਾ। ਸਤਿਗੁਰੂ ਕਹਿਣ ਲੱਗੇ ਇਹਦਾ ਨਹੀਂ ਹੋ ਸਕਦਾ, ਮਨੁੱਖ ਇੱਕ ਹੈ ਤੇ ਉਹਦਾ ਫਰਜ਼ ਵੀ ਇੱਕ ਹੋਣਾ ਚਾਹੀਦਾ, ਟੁਕੜੇ ਨਹੀਂ ਹੋਣੇ ਚਾਹੀਦੇ। ਬ੍ਰਾਹਮਣ ਗਿਆਨਵਾਨ ਤੇ ਬਣ ਗਿਆ, ਸੂਰਮਤਾਈ ਮੁੱਕ ਗਈ, ਕੋਈ ਉਹਦੀ ਪੋਥੀ ਨੂੰ, ਉਹਦੀ ਪੱਗ ਨੂੰ, ਇੱਜ਼ਤ ਨੂੰ ਹੱਥ ਪਾ ਲੈਂਦਾ ਹੈ। ਸੂਰਮੇ ਕੋਲ ਸੂਰਮਤਾਈ ਹੈ ਪਰ ਗਿਆਨ ਨਹੀਂ ਰਿਹਾ, ਹੁਣ ਜ਼ੁਲਮ ਕਰਨ ਲੱਗ ਪਿਆ। ਖੱਤਰੀ ਕੋਲ ਪੈਸਾ ਤੇ ਹੈ ਪਰ ਧਰਮ ਨਹੀਂ ਰਿਹਾ। ਇੱਕ ਇੱਕ ਫਰਜ਼ ਨਹੀਂ, ਸਾਰੀ ਮਨੁੱਖਤਾ ਦਾ ਸਾਂਝਾ ਫਰਜ਼। ਸਰਬ ਸ਼ਬਦੰ ਏਕ ਸ਼ਬਦੰ, ਜੇ ਕੋ ਜਾਣੇ ਭਿਓ, ਜੇ ਕੋਈ ਭੇਤ ਸਮਝ ਲਵੇ, ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦਿਓ। ਸਾਰੀ ਮਨੁੱਖਤਾ ਦਾ ਫਰਜ਼ ਸਾਂਝਾ ਹੈ। ਇੱਕੋ ਧਰਮ ਹੈ। ਕਿਹੜਾ ਹੈ? ਏਕੋ ਧਰਮ ਦ੍ਰਿੜ੍ਹ ਸੱਚ। ਕੋਈ ਸੱਚ ਨੂੰ ਜ਼ਿੰਦਗੀ 'ਚ ਦ੍ਰਿੜ ਕਰ ਲਵੇ, ਇਹੀ ਸਭ ਤੋਂ ਵੱਡਾ ਇੱਕ ਧਰਮ ਹੈ। ਸੱਚ ਦੇ ਆਧਾਰ ਤੇ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਨਾ। ਹਰ ਆਦਮੀ ਕਿਸੇ ਦਾ ਬੇਟਾ ਹੈ, ਸਾਰੇ ਬੇਟੇ ਚੰਗੇ ਨਹੀਂ ਹੁੰਦੇ, ਇੱਕ ਬੇਟੇ ਦਾ ਕਰਮ ਹੈ, ਫਰਜ਼ ਹੈ। ਕੁਝ ਪੁੱਤਰ ਐਸੇ ਨੇ ਮਾਪਿਓ ਦਾ ਗਲਾ ਦਬਾ ਕੇ ਰਾਤੋਂ ਰਾਤ ਜ਼ਮੀਨ ਦੇ ਮਾਲਕ ਬਣ ਜਾਂਦੇ ਨੇ। ਪੁੱਤਰ ਕਿੱਦਾਂ ਦਾ ਹੋਵੇ? ਪੁੱਤਰ ਗੁਰੂ ਅਰਜਨ ਦੇਵ ਪਾਤਸ਼ਾਹ ਵਰਗਾ ਹੋਵੇ, ਰੋਲ ਮਾਡਲ ਹੈ ਸਾਡੇ ਕੋਲ ਇਤਿਹਾਸ ਵਿੱਚ। ਗੁਰੂ ਰਾਮਦਾਸ ਪਾਤਸ਼ਾਹ ਪ੍ਰਿਥੀ ਚੰਦ ਮਹਾਦੇਵ ਨੂੰ ਹੁਕਮ ਕਰਦੇ ਨੇ, ਉਹ ਨਹੀਂ ਮੰਨਦੇ, ਗੁਰੂ ਅਰਜਨ ਦੇਵ ਪਾਤਸ਼ਾਹ ਹੁਕਮ ਮੰਨ ਰਹੇ ਨੇ। ਫਿਰ ਆਦਮੀ ਕਿਸੇ ਦਾ ਭਰਾ ਹੈ, ਭਰਾ ਹੋਣ ਦਾ ਇੱਕ ਫਰਜ਼ ਹੈ। ਸਾਰੇ ਭਰਾ ਚੰਗੇ ਨਹੀਂ ਹੁੰਦੇ। ਪ੍ਰਿਥੀ ਚੰਦ ਵਰਗੇ ਆਪਣੇ ਭਰਾ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਪੱਗ ਨੂੰ ਹੱਥ ਪਾਉਂਦੇ ਨੇ, ਪਰ ਭਰਾ ਹੋਵੇ ਗੁਰੂ ਅਰਜਨ ਦੇਵ ਪਾਤਸ਼ਾਹ ਵਰਗਾ ਜਿਹੜੇ ਆਪ ਹੀ ਪੱਗ ਲਾ ਕੇ ਦੇ ਦਿੰਦੇ ਨੇ। ਮੈਨੂੰ ਪਤਾ ਨਹੀਂ ਸੀ ਤੁਹਾਡੀ ਦਸਤਾਰ ਹੈ, ਨਿੱਕਾ ਵੀਰ ਸਮਝ ਕੇ ਮਾਫ ਕਰ ਦਿਓ, ਤੁਸੀਂ ਬੰਨ ਲਓ। ਲਘੂ ਜਾਣ ਕਰ ਸ਼ੰਕ ਨਿਵਾਰੋ, ਲਿਹੋ ਪਾਗ ਸਿਰ ਉੱਪਰ ਧਾਰੋ। ਆਦਮੀ ਕਿਸੇ ਦਾ ਪਤੀ ਹੈ, ਆਦਮੀ ਕਿਸੇ ਦਾ ਪਿਤਾ ਹੈ। ਸਾਰੇ ਪਤੀ, ਸਾਰੇ ਪਿਤਾ ਚੰਗੇ ਨਹੀਂ ਹੁੰਦੇ। ਸਾਡੇ ਕੋਲ ਰੋਲ ਮਾਡਲ ਨੇ ਗੁਰਬਾਣੀ ਵਿੱਚੋਂ। ਪਤੀ ਹੋਵੇ ਗੁਰੂ ਅਰਜਨ ਦੇਵ ਪਾਤਸ਼ਾਹ ਵਰਗਾ ਜਿਹੜਾ ਪਤਨੀ ਨੂੰ ਧੀਰਜ ਦਿੰਦੇ ਨੇ। ਅਸੀਂ ਧਰਮ ਦੀ ਖਾਤਰ
ਆਪਾਂ ਵਾਰਨ ਚੱਲੇ ਆ, ਤੁਸੀਂ ਰਜ਼ਾ ਵਿੱਚ ਰਹੋ, ਆਪਣੇ ਫਰਜ਼ ਪੂਰੇ ਕਰਿਓ। ਪਿਤਾ ਹੋਵੇ ਗੁਰੂ ਅਰਜਨ ਦੇਵ ਪਾਤਸ਼ਾਹ ਵਰਗਾ, ਜਿਹੜਾ ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਸਿੱਖਿਆ ਦੇ ਰਹੇ ਨੇ। ਪਿਤਾ ਹੋਵੇ ਗੁਰੂ ਰਾਮਦਾਸ ਪਾਤਸ਼ਾਹ ਵਰਗਾ, ਜਿਹੜਾ ਆਪਣੇ ਪੁੱਤਰ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸਿੱਖਿਆ ਦੇ ਰਹੇ ਨੇ। ਦਿੱਤੀ ਤੇ ਵੱਡਿਆਂ ਨੂੰ ਵੀ ਸੀ, ਪਰ ਜਿਹੜਾ ਪਾਤਰ ਬਣ ਗਿਆ ਉਹ ਭਰਿਆ ਗਿਆ। ਆਦਮੀ ਕਿਸੇ ਦਾ ਦਾਦਾ ਹੈ, ਕਿਸੇ ਦਾ ਨਾਨਾ ਹੈ, ਸਾਰੇ ਦਾਦੇ ਨਾਨੇ ਚੰਗੇ ਨਹੀਂ ਹੁੰਦੇ। ਦਾਦਾ ਹੋਵੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਵਰਗਾ, ਜਿਹੜਾ ਪੋਤਰੇ ਨੂੰ ਕਹਿ ਰਿਹਾ ਹੈ, ਮੇਰੇ ਬੱਚੇ, ਇਸ ਫੁੱਲ ਨੇ ਕੀ ਵਿਗਾੜਿਆ, ਤੋੜ ਕੇ ਜ਼ਮੀਨ ਤੇ ਸੁੱਟ ਦਿੱਤਾ, ਇਹ ਮੁਰਝਾ ਜਾਏਗਾ। ਜੀਵਨ ਦੀ ਕਦਰ ਕਰੋ। ਇਸੇ ਤਰ੍ਹਾਂ ਔਰਤ ਸਭ ਤੋਂ ਪਹਿਲਾਂ ਕਿਸੇ ਦੀ ਬੇਟੀ ਹੈ, ਉਹਦਾ ਬੇਟੀ ਹੋਣ ਦਾ ਧਰਮ ਹੈ। ਧੀਆਂ ਸਾਰੀਆਂ ਚੰਗੀਆਂ ਨਹੀਂ ਹੁੰਦੀਆਂ, ਕੁਝ ਧੀਆਂ ਪਿਓ ਦੀ ਪੱਗ ਨੂੰ ਦਾਗ ਲਵਾ ਦਿੰਦੀਆਂ ਨੇ। ਧੀ ਹੋਵੇ ਤੇ ਧੀ ਹੋਣੀ ਚਾਹੀਦੀ ਬੀਬੀ ਭਾਨੀ ਵਰਗੀ, ਗੁਰੂ ਅਮਰਦਾਸ ਪਾਤਸ਼ਾਹ ਦੇ ਆਖਰੀ ਸਾਹ ਤੱਕ ਸੇਵਾ 'ਚ ਜੁਟੇ ਰਹੇ ਨੇ। ਔਰਤ ਕਿਸੇ ਦੀ ਭੈਣ ਹੈ, ਸਾਰੀਆਂ ਭੈਣਾਂ ਚੰਗੀਆਂ ਨਹੀਂ, ਭੈਣ ਦੀ ਇੱਕ ਕੁਆਲਿਟੀ ਹੁੰਦੀ ਹੈ। ਭੈਣਾਂ ਭਰਾਵਾਂ ਨੂੰ ਮਰਵਾ ਕੇ ਜ਼ਮੀਨ ਜਾਇਦਾਦ ਦੀਆਂ ਮਾਲਕ ਬਣ ਜਾਂਦੀਆਂ ਨੇ। ਭੈਣ ਹੋਵੇ ਬੇਬੇ ਨਾਨਕੀ ਵਰਗੀ। ਪਿਤਾ ਮਹਿਤਾ ਕਲਿਆਣਦਾਸ ਗੁਰੂ ਨਾਨਕ ਸਾਹਿਬ ਨੂੰ ਚਪੇੜ ਮਾਰਨਾ ਚਾਹੁੰਦੇ ਨੇ, ਬੇਬੇ ਨਾਨਕੀ ਆਪਣਾ ਮੂੰਹ ਅੱਗੇ ਕਰ ਦਿੰਦੇ ਨੇ, ਪਿਤਾ ਜੀ ਮੇਰੇ ਚਪੇੜ ਮਾਰਦੇ, ਮੇਰੇ ਵੀਰ ਨੂੰ ਕੁਛ ਨਾ ਕਿਹੋ, ਉਹ ਮੇਰਾ ਵੀਰ ਨਹੀਂ ਪੀਰ ਹੈ। ਭੈਣ ਇੱਦਾਂ ਦੀ ਹੋਵੇ। ਔਰਤ ਕਿਸੇ ਦੀ ਪਤਨੀ ਹੈ, ਸਾਰੀਆਂ ਪਤਨੀਆਂ ਚੰਗੀਆਂ ਨਹੀਂ ਹੁੰਦੀਆਂ, ਪਤਨੀ ਹੋਣ ਦੀ ਇੱਕ ਕੁਆਲਿਟੀ, ਇੱਕ ਗੁਣ ਹੈ। ਪਤਨੀ ਹੋਵੇ ਮਾਤਾ ਖੀਵੀ ਜੀ ਵਰਗੀ, ਜਿਹੜੀ ਗੁਰੂ ਅੰਗਦ ਦੇਵ ਪਾਤਸ਼ਾਹ ਨਾਲ ਮੋਢੇ ਨਾਲ ਮੋਢਾ ਜਾੜ ਕੇ ਆਈਆਂ ਸੰਗਤਾਂ ਦੀ ਸੇਵਾ ਕਰ ਰਹੀ ਹੈ। ਔਰਤ ਫਿਰ ਕਿਸੇ ਦੀ ਮਾਂ ਹੈ। ਮਾਵਾਂ ਕਿੱਦਾਂ ਦੀਆਂ ਹੋਣ? ਮਾਵਾਂ ਤੇ ਬੱਚਿਆਂ ਨੂੰ ਗੋਦ 'ਚ ਬਿਠਾ ਕੇ ਫਿਲਮਾਂ ਦਿਖਾ ਰਹੀਆਂ ਨੇ, ਪਰ ਮਾਂ ਹੋਵੇ ਤੇ ਬੀਬੀ ਭਾਨੀ ਵਰਗੀ, ਜਿਹਦਾ ਪੁੱਤਰ ਪਾਣੀ 'ਚ ਰਹਿਣਾ ਸਿੱਖ ਜਾਂਦਾ ਹੈ। ਇਸੇ ਤਰ੍ਹਾਂ ਔਰਤ ਕਿਸੇ ਦੀ ਦਾਦੀ ਹੈ, ਨਾਨੀ ਹੈ। ਦਾਦੀਆਂ ਨਾਨੀਆਂ ਤੇ ਬੱਚਿਆਂ ਨੂੰ ਗੋਦ 'ਚ ਬਿਠਾ ਕੇ ਫਿਲਮਾਂ ਦਿਖਾ ਰਹੀਆਂ ਨੇ। ਦਾਦੀ ਹੋਵੇ ਮਾਂ ਗੁਜਰੀ ਵਰਗੀ, ਜਿਹੜੀ ਪੋਤਰਿਆਂ ਨੂੰ ਗੋਦ ਵਿੱਚ ਲੈ ਕੇ ਠੰਡੇ ਬੁਰਜ 'ਚ ਬਹਿ ਗਈ ਤੇ ਸਿੱਖਿਆ ਕੀ ਦੇ ਰਹੀ ਹੈ ਕਿ ਜ਼ਾਲਮ ਲੋਕ ਤੁਹਾਨੂੰ ਤਸੀਹੇ ਦੇਣਗੇ, ਡੋਲਿਓ ਨਾ, ਸੱਚ ਦਾ ਸਾਥ ਦਿਓ, ਝੂਠ ਦਾ ਮੁਕਾਬਲਾ ਕਰਿਓ, ਸਿਦਕ ਦ੍ਰਿੜਤਾ ਰੱਖਿਓ। ਦਾਦੀ ਹੋਵੇ ਮਾਂ ਗੁਜਰੀ ਵਰਗੀ। ਜਿੰਨਾ ਵੱਡਾ ਯੂਨੀਵਰਸ ਹੈ ਉਨਾ ਹੀ ਵੱਡਾ ਧਰਮ ਹੈ। ਅਸੀਂ ਜਦੋਂ ਬਾਣੀ 'ਚ ਪੜ੍ਹਦੇ ਹਾਂ ਨਾ, ਸਾਧ ਕੇ ਸੰਗ ਦ੍ਰਿੜੈ ਸਭ ਧਰਮ, ਕਿ ਗੁਰੂ ਦੀ ਸੰਗਤ ਵਿੱਚ ਆਇਆ ਮਨੁੱਖ ਸਾਰੇ ਧਰਮ ਦ੍ਰਿੜ ਕਰ ਲੈਂਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਉਹ ਸਿੱਖ ਵੀ ਹੋ ਜਾਂਦਾ ਹੈ, ਹਿੰਦੂ ਵੀ ਹੋ ਜਾਂਦਾ ਹੈ, ਮੁਸਲਮਾਨ, ਈਸਾਈ, ਪਾਰਸੀ, ਜੈਨੀ, ਯਹੂਦੀ, ਪੋਦੀ, ਪਾਰਸੀ, ਸਾਰਾ ਕੁਝ ਹੋ ਜਾਂਦਾ ਹੈ। ਦ੍ਰਿੜੈ ਸਭ ਧਰਮ ਮੈਨੇ ਸਾਰੇ ਫਰਜ਼ ਦ੍ਰਿੜ ਕਰ ਲੈਂਦਾ ਹੈ ਕਿ ਬੱਚੇ ਹੋਣ ਦੇ ਪ੍ਰਤੀ ਮੇਰਾ ਕੀ ਫਰਜ਼ ਹੈ, ਪਿਤਾ ਹੋਣ ਦੇ ਪ੍ਰਤੀ ਬੱਚਿਆਂ ਪ੍ਰਤੀ ਮੇਰਾ ਕੀ ਫਰਜ਼ ਹੈ, ਦਾਦਾ ਹਾਂ ਤੇ ਪੋਤਰਿਆਂ ਪ੍ਰਤੀ, ਨਾਨਾ ਹੈ ਤੇ ਦੋਤਿਆਂ ਪ੍ਰਤੀ ਮੇਰਾ ਕੀ ਫਰਜ਼ ਹੈ, ਗਵਾਂਢੀਆਂ ਪ੍ਰਤੀ ਮੇਰਾ ਕੀ ਫਰਜ਼ ਹੈ, ਇਸ ਸਰੀਰ ਪ੍ਰਤੀ ਮੇਰਾ ਕੀ ਫਰਜ਼ ਹੈ, ਅੱਖਾਂ, ਨੱਕ, ਕੰਨ, ਜ਼ੁਬਾਨ ਪ੍ਰਤੀ ਮੇਰਾ ਕੀ ਫਰਜ਼ ਹੈ, ਅੱਗ, ਹਵਾ, ਪੌਣ, ਪਾਣੀ ਪ੍ਰਤੀ ਮੇਰਾ ਕੀ ਫਰਜ਼ ਹੈ, ਪਸ਼ੂ, ਪੰਛੀ, ਪੇੜ ਪੌਦਿਆਂ ਦੇ ਪ੍ਰਤੀ ਮੇਰੇ ਕਿਹੜੇ ਕਿਹੜੇ ਫਰਜ਼ ਨੇ, ਇਸ ਪੂਰੀ ਕੁਦਰਤ ਦੇ ਪ੍ਰਤੀ ਮੇਰਾ ਕੀ ਕੀ ਫਰਜ਼ ਹੈ। ਇਹ ਉਹਦਾ ਧਰਮ ਹੈ। ਧਰਤੀ ਧਰਮਸਾਲ ਹੈ, ਜਿੱਥੇ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਨਾ ਹੈ ਤੇ ਫਰਜ਼ਾਂ ਨੂੰ ਪੂਰੀਆਂ ਕਰਨ ਦਾ ਬੇਸ ਸੱਚ ਹੋਵੇ, ਜੇ ਸੱਚਿਆਰ ਬਣਨਾ ਹੈ। ਏਕੋ ਧਰਮ ਦ੍ਰਿੜੈ ਸੱਚ ਕੋਈ ਸੱਚ ਨੂੰ ਦ੍ਰਿੜ ਕਰ ਲਵੇ, ਆਹੀ ਇੱਕ ਧਰਮ ਹੈ। ਸੱਚ ਦੇ ਆਧਾਰ ਤੇ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਨਾ। ਧਰਤੀ ਤੇ ਆਇਆ ਆਪਣੇ ਸੱਚ ਨੂੰ ਬੇਸ ਬਣਾ ਕੇ ਫਰਜ਼ ਪੂਰੇ ਕਰੀ, ਤੂੰ ਧਰਮੀ ਹੋ ਜਾਏਗਾ। ਇਸ ਕਰਕੇ ਧਰਤੀ ਧਰਮਸਾਲ ਬਣਾ ਦਿੱਤੀ। ਇਹ ਧਰਮ ਕਮਾਉਣ ਦੀ ਜਗ੍ਹਾ ਹੈ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ। ਇਸ ਧਰਤੀ ਵਿੱਚ ਅਨੇਕਾਂ ਕਿਸਮਾਂ ਦੇ, ਅਨੇਕਾਂ ਰੰਗਾਂ ਦੇ ਜੀਵ ਹਨ। ਅਨੇਕਾਂ ਕਿਸਮਾਂ, ਅਨੇਕਾਂ ਜੁਗਤੀਆਂ ਦੇ ਨੇ। ਜੇ ਅਨੇਕਾਂ ਜੁਗਤੀਆਂ ਦੇ ਨੇ, ਪ੍ਰਭੂ ਨੇ ਹਰ ਇੱਕ ਦੀ ਵੱਖਰੀ ਜੁਗਤ ਬਣਾਈ ਹੈ, ਫਿਰ ਮੈਂ ਆਪਣੀ ਜੁਗਤ ਦੂਜੇ ਤੇ ਨਹੀਂ ਥੋਪ ਸਕਦਾ। ਮੈਂ ਆਪਣੇ ਸੱਚ ਨੂੰ ਬੇਸ ਬਣਾ ਕੇ ਫਰਜ਼ ਪੂਰੇ ਕਰਨੇ ਨੇ, ਪਰ ਮੈਂ ਆਪਣੀ ਵਿਚਾਰਧਾਰਾ, ਸੋਚ ਥੋਪਣੀ ਚਾਹਾਂ ਦੂਜੇ ਤੇ ਨਹੀਂ ਹੋ ਸਕਦਾ। ਹਰ ਇੱਕ ਦੀ ਜੀਵਨ ਜੁਗਤ ਹੈ, ਉਹਦਾ ਤਰੀਕਾ ਹੈ। ਮੈਂ ਸੇਬ ਦੇ ਰੁੱਖ ਨੂੰ ਇਹ ਨਹੀਂ ਕਹਿ ਸਕਦਾ ਕਿ ਤੂੰ ਅੰਗੂਰ ਦੇਣੇ ਸ਼ੁਰੂ ਕਰ ਦੇ। ਉਹਦੀ ਜੁਗਤ ਹੈ, ਉਹਨੇ ਸੰਸਾਰ ਨੂੰ ਸੇਬ ਵੰਡਣੇ ਨੇ ਤੇ ਸੇਬ ਹੀ ਵੰਡਣੇ ਨੇ। ਮੈਂ ਅੰਗੂਰ ਦੀ ਵੇਲ ਨੂੰ ਇਹ ਨਹੀਂ ਕਹਿ ਸਕਦਾ ਕਿ ਤੂੰ ਸੰਸਾਰ ਨੂੰ ਅੰਬ ਦਿਆ ਕਰ। ਅੰਗੂਰ ਦੀ ਵੇਲ ਦੀ ਆਪਣੀ ਜੁਗਤ ਹੈ, ਉਹਨੇ ਅੰਗੂਰ ਦੇਣੇ ਨੇ ਸੰਸਾਰ ਨੂੰ, ਅੰਬ ਦੇ ਰੁੱਖ ਨੇ ਅੰਬ ਦੇਣੇ ਨੇ। ਜੇ ਕੋਈ ਆਪਣੀ ਜੁਗਤ ਦੂਜੇ ਦੇ ਉੱਪਰ ਥੋਪਣੀ ਚਾਹੇ, ਚੰਦਰਮਾ ਸੂਰਜ ਨੂੰ ਕਵੇ ਤੂੰ ਮੇਰੇ ਵਾਂਗੂ ਸ਼ਾਂਤ ਹੋ ਜਾ, ਠੰਡਾ ਹੋ ਜਾ, ਧਰਤੀ ਤੇ ਹਨੇਰਾ ਹੋ ਜਾਏਗਾ। ਜੇ ਸੂਰਜ ਆਪਣੀ ਸੋਚ ਚੰਦਰਮਾ ਤੇ ਥੋਪਣਾ ਸ਼ੁਰੂ ਕਰ ਦੇ, ਤੂੰ ਵੀ ਮੇਰੇ ਵਾਂਗੂ ਬਲ, ਧਰਤੀ ਸੜ ਕੇ ਸੁਆਹ ਹੋ ਜਾਏਗੀ। ਹਰ ਚੀਜ਼ ਆਪਣੇ ਫਰਜ਼ ਪੂਰੇ ਕਰੀ, ਉਹਦੀ ਜੁਗਤ ਹੈ, ਹਰ ਚੀਜ਼ ਦਾ ਇੱਕ ਕਾਰਜ ਹੈ। ਔਰ ਇਸ ਧਰਤੀ ਤੇ ਅਨੇਕਾਂ ਜੁਗਤਾਂ ਦੇ ਜੀਵ ਨੇ,
ਅਸੀਂ ਆਪਣੀ ਸੋਚ ਕਿਸੇ ਤੇ ਥੋਪ ਨਹੀਂ ਸਕਦੇ। ਹਾਂ, ਅਸੀਂ ਉਹਨਾਂ ਵਿੱਚ ਰਹਿ ਕੇ, ਉਹਨਾਂ ਨਾਲ ਕੰਪਰੋਮਾਈਜ਼ ਕਰਕੇ, ਸਮਝੌਤਾ ਕਰਕੇ, ਉਹਨਾਂ ਨਾਲ ਮੇਲ ਮਿਲਾਪ ਮਿਲਵਰਤਨ ਕਰਕੇ ਜ਼ਿੰਦਗੀ ਜੀ ਸਕਦੇ ਹਾਂ। ਸਾਨੂੰ ਐਡਜਸਟ ਕਰਨਾ ਪਏਗਾ ਉਹਨਾਂ ਨਾਲ, ਸਾਨੂੰ ਉਹਨਾਂ ਨਾਲ ਮਿਲਵਰਤਨ ਦੀ ਸਾਂਝ ਬਣਾਉਣੀ ਪਏਗੀ, ਤਾਂ ਕਿ ਰਲ ਮਿਲ ਕੇ ਮੈਂ ਵੀ ਆਪਣੇ ਫਰਜ਼ ਪੂਰੇ ਕਰਾਂ, ਦੂਜਾ ਵੀ ਆਪਣੇ ਫਰਜ਼ ਪੂਰੇ ਕਰੇ, ਤਾਂ ਕਿ ਸੰਸਾਰ ਦਾ ਹਰ ਕਾਰਜ ਚੱਲੇ। ਇੱਥੇ ਹਰ ਚੀਜ਼ ਦੀ ਲੋੜ ਹੈ। ਚੰਦਰਮਾ ਦੀ ਰਾਤ ਦੀ ਚਾਨਣੀ ਦੀ ਵੀ ਲੋੜ ਹੈ, ਦਿਨੇ ਸੂਰਜ ਦੀ ਧੁੱਪ ਦੀ ਵੀ ਲੋੜ ਹੈ। ਦੋਨੋਂ ਚੀਜ਼ਾਂ ਹੀ ਲੋੜੀਂਦੀਆਂ ਨੇ। ਜਿੰਨੀ ਲੋੜ ਇੱਥੇ ਕਮਲ ਦੇ ਫੁੱਲ ਦੀ ਹੈ, ਚਿੱਕੜ ਦੀ ਵੀ ਓਨੀ ਹੀ ਜ਼ਰੂਰਤ ਹੈ। ਚਿੱਕੜ ਨਾ ਹੋਵੇ ਤੇ ਕਮਲ ਦਾ ਫੁੱਲ ਵੀ ਨਹੀਂ ਖਿੜ ਸਕਦਾ। ਹਰ ਇੱਕ ਦਾ ਆਪੋ ਆਪਣਾ ਕਾਰਜ, ਆਪੋ ਆਪਣਾ ਫਰਜ਼ ਹੈ। ਹਰ ਕੋਈ ਆਪਣੀ ਜੁਗਤੀ ਨਿਭਾ ਰਿਹਾ ਹੈ। ਤੇ ਇਸ ਵਿੱਚ ਜੀ ਜੁਗਤ ਕੇ ਰੰਗ, ਅਨੇਕਾਂ ਜੁਗਤੀਆਂ ਦੇ, ਅਨੇਕਾਂ ਕਿਸਮਾਂ ਦੇ ਜੀਵ ਰੱਬ ਦੀ ਧਰਤੀ ਤੇ ਆਪੋ ਆਪਣਾ ਫਰਜ਼ ਪੂਰਾ ਕਰ ਰਹੇ ਹਨ। ਮੈਂ ਆਪਣੇ ਫਰਜ਼ ਦੂਜੇ ਤੇ ਨਹੀਂ ਥੋਪ ਸਕਦਾ, ਦੂਜੇ ਦੇ ਫਰਜ਼ ਮੈਂ ਖੋ ਨਹੀਂ ਸਕਦਾ। ਹਰ ਇੱਕ ਦਾ ਆਪਣਾ ਇੱਕ ਨਿਯਮ ਧਰਮ ਹੈ। ਤਿਨਕੇ ਨਾਮ ਅਨੇਕ ਅਨੰਤ। ਫਿਰ ਹਰ ਜੀਵ ਦੇ ਆਪਣਾ ਨਾਮ ਹੈ, ਆਪਣੀ ਹੋਂਦ ਹੈ। ਮੈਂ ਕਿਸੇ ਦੇ ਨਾਮ ਨੂੰ ਮਿਟਾ ਕੇ ਇਹਦੀ ਹੋਂਦ ਖਤਮ ਕਰਨੀ ਚਾਹਾਂ ਕਿ ਆਹ ਮਤ ਚੰਗਾ ਨਹੀਂ, ਇਹਨੂੰ ਦੁਨੀਆ ਤੋਂ ਮਿਟਾ ਦਿਓ, ਆਹ ਫੁੱਲ ਚੰਗੇ ਨਹੀਂ, ਆਹ ਪਸ਼ੂ ਚੰਗੇ ਨਹੀਂ, ਮਿਟਾ ਦਿਓ, ਆਹ ਚੀਜ਼ ਚੰਗੀ ਨਹੀਂ। ਹਰ ਇੱਕ ਦਾ ਆਪਣਾ ਨਾਮ, ਆਪਣੀ ਇੱਕ ਹੋਂਦ ਹੈ। ਅਨੇਕਾਂ ਅਨੰਤਾਂ ਨਾਵਾਂ ਹੋਂਦਾਂ ਵਾਲੇ ਜੀਵ ਨੇ। ਇੰਨੀਆਂ ਚੀਜ਼ਾਂ ਜਿਨ੍ਹਾਂ ਦੇ ਤੁਸੀਂ ਨਾਮ ਹੀ ਨਹੀਂ ਰੱਖ ਸਕੇ। ਤਿਨਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ। ਪਰ ਸਾਰਿਆਂ ਜੀਵਾਂ ਦੀ ਇੱਕ ਗੱਲ ਬੜੀ ਸਾਂਝੀ ਹੈ, ਹਰ ਇੱਕ ਦੇ ਕਰਮ ਦੀ ਵਿਚਾਰ ਹੋਣੀ ਹੈ। ਜਿਹੜਾ ਤੇ ਧਰਮ ਦੇ ਬੇਸ ਤੇ ਆਪਣੇ ਕਰਮ ਕਰੇਗਾ ਉਹ ਸੱਚਾ ਸਾਬਤ ਹੋ ਕੇ ਪ੍ਰਵਾਨ ਹੋ ਜਾਏਗਾ। ਜਿਹੜਾ ਝੂਠ ਦੇ ਬੇਸ ਤੇ ਕਰਮ ਕਰੇਗਾ ਉਹ ਜ਼ਿੰਦਗੀ ਦੀ ਇਸ ਪੜ੍ਹਾਈ 'ਚੋਂ ਫੇਲ ਹੋ ਜਾਏਗਾ, ਉਹ ਜ਼ਿੰਦਗੀ ਨੂੰ ਵਿਅਰਥ ਗਵਾ ਜਾਏਗਾ। ਹਰ ਇੱਕ ਦੇ ਕਰਮਾਂ ਦੀ ਵਿਚਾਰ ਹੈ। ਕਰਮੀ ਕਰਮੀ ਹੋਏ ਵਿਚਾਰ। ਇਹ ਕਿੱਥੇ ਹੋਣੀ ਹੈ? ਸੱਚਾ ਆਪ, ਸੱਚਾ ਦਰਬਾਰ। ਜਿੱਥੇ ਆਪ ਸੱਚਾ ਹੈ ਉੱਥੇ ਹੀ ਸੱਚੇ ਦਾ ਦਰਬਾਰ ਹੈ, ਉੱਥੇ ਵਿਚਾਰ ਹੋਣੀ ਹੈ। ਸੱਚਾ ਆਪ ਕਿੱਥੇ ਹੈ? ਘਟ ਘਟ ਮੈਂ ਹਰ ਜੂਬਸ ਹੈ, ਹਰ ਹਿਰਦੇ ਵਿੱਚ। ਤੇ ਹਰ ਹਿਰਦੇ 'ਚ ਹੀ ਉਹਦਾ ਦਰਬਾਰ ਸਜਿਆ ਹੋਇਆ ਹੈ। ਮੇਰੇ ਅੰਦਰ ਹੀ ਵਿਚਾਰ ਹੋ ਜਾਣੀ ਹੈ। ਮੈਂ ਹੁਣੇ ਕਿਸੇ ਨੂੰ ਗਾਲ ਕੱਢਦਾ, ਨਾਲ ਦੇ ਨਾਲ ਵਿਚਾਰ ਹੋ ਜਾਣੀ ਹੈ। ਮੇਰਾ ਅੰਦਰ ਵੀ ਸੜ ਜਾਏਗਾ, ਮੈਂ ਦੁਖੀ ਹੋ ਜਾਵਾਂਗਾ। ਹੁਣੇ ਮੈਂ ਕਿਸੇ ਨੂੰ ਮਿੱਠਾ ਬੋਲਦਾ ਹਾਂ, ਪਿਆਰ ਦੇ ਦੋ ਬੋਲ ਬੋਲਦਾ ਹਾਂ, ਹੁਣੇ ਮੇਰੇ ਅੰਦਰ ਸੱਚੇ ਨੇ ਜਿਹੜਾ ਦਰਬਾਰ ਸਜਾਇਆ ਹੋਇਆ, ਉਹਨੇ ਨਾਲ ਦੇ ਨਾਲ ਇਨਸਾਫ ਦੇ ਦੇਣਾ ਹੈ। ਮੈਂ ਖੁਸ਼ ਹੋ ਜਾਣਾ ਹੈ, ਮੈਂ ਆਨੰਦਿਤ ਪ੍ਰਸੰਨ ਹੋ ਜਾਣਾ ਹੈ। ਜਦੋਂ ਮੈਂ ਆਪਣੀ ਪਤਨੀ ਨੂੰ ਬੁਰਾ ਕਹਿਣਾ, ਮੈਂ ਉਹਨੂੰ ਬੁਰਾ ਬਾਅਦ 'ਚ ਕਹਿ ਰਿਹਾ, ਪਹਿਲਾਂ ਮੈਂ ਬੁਰਾਈ ਦੇ ਨਾਲ ਭਰ ਜਾਂਦਾ ਵਾਂ। ਜਦੋਂ ਮੈਂ ਆਪਣੀ ਪਤਨੀ ਦੀ ਸਿਫਤ ਕਰਦਾ ਵਾਂ, ਇਹ ਨਹੀਂ ਕਿ ਮੈਂ ਉਹਦਾ ਭਲਾ ਕਰ ਰਿਹਾ, ਉਸ ਤੋਂ ਪਹਿਲਾਂ ਮੈਂ ਆਪਣਾ ਭਲਾ ਕਰ ਲੈਣਾ। ਮੈਂ ਆਪਣੇ ਅੰਦਰ ਖੁਸ਼ੀ, ਪ੍ਰਸੰਨਤਾ, ਖੇੜਾ ਪੈਦਾ ਕਰ ਲੈਣਾ। ਕਰਮ ਦੀ ਵਿਚਾਰ ਹੋ ਰਹੀ ਹੈ। ਜਿੱਥੇ ਮੇਰੇ ਅੰਦਰ ਸੱਚਾ ਬੈਠਾ ਹੈ, ਦਰਬਾਰ ਉਹਦਾ ਲੱਗਿਆ, ਉਹ ਫੈਸਲਾ ਨਾਲ ਨਾਲ ਦੇਈ ਜਾ ਰਿਹਾ ਹੈ। ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੇ ਕਿਸੇ ਥਾਂ। ਆਪੇ ਵੀ ਜਾਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਨਾਲੋਂ ਨਾਲ ਹੋ ਰਿਹਾ ਹੈ ਸੱਚਾ ਆਪ, ਸੱਚਾ ਦਰਬਾਰ। ਉਹ ਆਪ ਸੱਚਾ, ਤੇ ਯਾਦ ਰੱਖਿਓ ਦਰਬਾਰ ਸੱਚਾ ਹੈ, ਤੇ ਸੱਚੇ ਦੇ ਦਰਬਾਰ ਵਿੱਚ ਸੱਚੇ ਕਰਮ ਵੀ ਪ੍ਰਵਾਨ ਹੋਣਗੇ। ਇਹ ਨਹੀਂ ਹੋ ਸਕਦਾ ਕਿ ਕਿਸੇ ਦੇਸ਼ ਦੇ ਵਿੱਚ ਮੈਂ ਆਪਣੇ ਘਰ ਨਕਲੀ ਕਰੰਸੀ ਬਣਾ ਕੇ ਚਲਾਉਣੀ ਸ਼ੁਰੂ ਕਰ ਦਿਆਂ। ਉਸ ਦੇਸ਼ ਵਿੱਚ ਉਹ ਕਰੰਸੀ ਚਲੇਗੀ ਜਿਹੜੇ ਉਸ ਦੇਸ਼ ਦੇ ਗਵਰਨਰ ਦੇ ਸਿਗਨੇਚਰ ਹੋਣਗੇ। ਮੇਰੇ ਕਰਮ ਮਾਲਕ ਦੇ ਦਰ ਤੇ ਤਾਂ ਪ੍ਰਵਾਨ ਹੋਣਗੇ ਜੇ ਮੇਰੇ ਕਰਮਾਂ ਤੇ ਸੱਚ ਦੀ ਮੋਹਰ ਲੱਗੀ ਹੋਏਗੀ, ਕਿਉਂਕਿ ਮੇਰਾ ਪ੍ਰਭੂ ਸੱਚਾ ਹੈ। ਤਾਂ ਮੇਰੇ ਕਰਮ ਪ੍ਰਵਾਨ ਹੋਣਗੇ ਮਾਲਕ ਦੇ ਘਰ ਦੇ ਵਿੱਚ। ਉਹ ਆਪ ਸੱਚਾ ਹੈ, ਉਹਦਾ ਦਰਬਾਰ ਸੱਚਾ ਹੈ। ਤਿੱਥੈ ਸੋਹਨ ਪੰਚ ਪ੍ਰਵਾਨ। ਤਿੱਥੈ ਭਾਵ ਉਸ ਅਵਸਥਾ ਦੇ ਵਿੱਚ, ਸੱਚ ਦੀ ਅਵਸਥਾ ਵਿੱਚ ਫਿਰ ਪੰਜ ਜਨ ਪ੍ਰਵਾਨ ਹੋ ਜਾਂਦੇ ਨੇ, ਸ਼ੋਭਦੇ ਨੇ, ਜਿਨ੍ਹਾਂ ਵਿੱਚ ਸਤ, ਸੰਤੋਖ, ਦਇਆ, ਧਰਮ, ਧੀਰਜ ਆ ਜਾਂਦਾ ਹੈ। ਉਸ ਧਰਮ ਖੰਡ ਦੀ ਅਵਸਥਾ ਦੇ ਵਿੱਚ ਫਿਰ ਪੰਜ ਜਨ ਜਿਹੜੇ ਨੇ ਸ਼ੋਭਾ ਦਿੰਦੇ ਹਨ। ਨਦਰੀ ਕਰਮ ਪਵੈ ਨਿਸ਼ਾਨ। ਫਿਰ ਕੀ ਹੁੰਦਾ? ਜਿਹੋ ਜਿਹੇ ਉਹ ਕਰਮ ਕਰਦੇ ਨੇ, ਉਹ ਕਰਮ ਨਦਰ ਦੇ ਪਾਤਰ ਬਣ ਜਾਂਦੇ ਨੇ। ਉਹ ਕਰਮ ਮਾਲਕ ਦੀ ਨਜ਼ਰੇ ਚੜ ਜਾਂਦੇ ਨੇ। ਜਿਹੜੇ ਕਰਮ ਚੰਗੇ ਕੀਤੇ ਨੇ, ਉਹਨਾਂ ਕਰਮਾਂ ਸਦਕਾ ਨਦਰ ਦੀ ਪ੍ਰਾਪਤੀ, ਮਿਹਰ ਦੀ ਪ੍ਰਾਪਤੀ ਹੋ ਜਾਂਦੀ ਹੈ। ਬੱਚੇ ਨੇ ਚੰਗੀ ਪੜ੍ਹਾਈ ਕੀਤੀ, ਉਹ ਪ੍ਰਿੰਸੀਪਲ ਦੀ ਨਜ਼ਰ ਦਾ ਪਾਤਰ ਹੋ ਜਾਂਦਾ ਹੈ। ਕਿਸੇ ਜ਼ਿਮੀਂਦਾਰ ਨੇ ਮਿਹਨਤ ਕਰਕੇ ਫਸਲ ਬੀਜੀ ਤੇ ਉਹ ਜ਼ਮੀਨ ਦੀ ਨਜ਼ਰ ਦਾ ਪਾਤਰ ਹੋ ਜਾਂਦਾ ਹੈ। ਜ਼ਮੀਨ ਕਈ ਗੁਣਾ ਫਲ ਉਹਨੂੰ ਦੇ ਦਿੰਦੀ ਹੈ। ਇਸ ਕਰਕੇ ਨਦਰੀ ਕਰਮ ਪਵੈ ਨਿਸ਼ਾਨ। ਜਿਹੜੇ ਸ਼ੁਭ ਕਰਮ ਕੀਤੇ ਉਹਨਾਂ ਦੀ ਨਜ਼ਰ ਕੀ ਪਈ? ਪਵੈ ਨਿਸ਼ਾਨ, ਮੱਥੇ ਤੇ ਨਿਸ਼ਾਨ ਚਮਕ ਆਇਆ। ਜਿਹੜਾ ਕ੍ਰੋਧ ਕਰਦਾ ਹੈ, ਉਹਦਾ ਕ੍ਰੋਧ ਮੱਥੇ ਤੇ ਚਮਕਦਾ ਹੈ। ਕਿਸੇ ਦੇ ਮੱਥੇ 'ਚੋਂ ਨਿੰਦਿਆ ਚੁਗਲੀ ਚਮਕਦੀ ਹੈ, ਕਿਸੇ ਦੇ ਮੱਥੇ 'ਚੋਂ ਲਾਲਚ ਚਮਕਦਾ ਹੈ, ਕਿਸੇ ਦੇ ਮੱਥੇ 'ਚੋਂ ਝੂਠ ਚਮਕ ਰਿਹਾ ਹੈ। ਪਰ ਜਦੋਂ ਅਸੀਂ ਭਾਈ ਕਨ੍ਹਈਆ ਜੀ ਨੂੰ ਦੇਖਦੇ ਹਾਂ, ਉਹਨਾਂ ਦੇ ਮੱਥੇ 'ਚੋਂ ਨਿਰਵੈਰਤਾ ਚਮਕ ਰਹੀ ਹੈ। ਬਿਨਾਂ ਵਿਤਕਰੇ ਦੇ ਸਭ ਨੂੰ ਜਲ ਛਕਾ ਰਹੇ ਨੇ। ਸਾਹਿਬਜ਼ਾਦਿਆਂ ਨੂੰ ਦੇਖਦੇ ਹਾਂ ਜਿਹੜੇ ਨੀਹਾਂ 'ਚ ਚਿਣੇ ਗਏ, ਉਹਨਾਂ ਛੋਟੇ ਸਾਹਿਬਜ਼ਾਦਿਆਂ ਦੇ ਮੱਥੇ 'ਚੋਂ ਨਿਰਭੈਤਾ ਚਮਕ ਰਹੀ ਹੈ। ਡਰ ਹੈ ਹੀ ਨਹੀਂ, ਮੌਤ ਦਾ ਡਰ ਨਹੀਂ, ਜ਼ਾਲਮਾਂ ਦੇ ਜ਼ੁਲਮ ਦਾ ਡਰ ਨਹੀਂ। ਜਿਹੋ ਜਿਹੇ ਕਰਮ ਕਰਦੇ ਹਾਂ ਉਹ ਮੱਥੇ ਤੋਂ ਚਮਕ ਪੈਂਦੇ ਨੇ, ਭਾਵ ਉਹ ਗੁਣ ਪ੍ਰਗਟ ਹੁੰਦੇ ਹਨ। ਨਦਰੀ ਕਰਮ ਪਵੈ ਨਿਸ਼ਾਨ।
ਕੱਚ ਪਕਾਈ ਓਥੈ ਪਾਏ। ਓਥੈ ਭਾਵ ਮਰਨ ਤੋਂ ਬਾਅਦ ਨਹੀਂ, ਉਸ ਧਰਮ ਖੰਡ ਦੀ ਅਵਸਥਾ ਵਿੱਚ ਪਤਾ ਲੱਗਦਾ ਹੈ ਕਿਹੜਾ ਕੱਚਾ ਹੈ ਕਿਹੜਾ ਪੱਕਾ ਹੈ। ਧਰਮ ਫੈਸਲਾ ਕਰੀ ਜਾਂਦਾ ਹੈ। ਨਾਨਕ ਗਿਆ ਜਾਪੈ ਜਾਏ। ਹੇ ਨਾਨਕ, ਉਸ ਧਰਮ ਖੰਡ ਦੀ ਅਵਸਥਾ ਵਿੱਚ ਜਾ ਕੇ ਪਤਾ ਲੱਗਦਾ ਹੈ, ਕਿਉਂਕਿ ਵਚਨ ਧਰਮ ਖੰਡ ਦੇ ਚੱਲ ਰਹੇ ਨੇ। ਜਦੋਂ ਧਰਮ ਖੰਡ ਦੀ ਅਵਸਥਾ 'ਚ ਆਪਣੇ ਫਰਜ਼ਾਂ ਨੂੰ ਮਨੁੱਖ ਪਛਾਣਨਾ ਸ਼ੁਰੂ ਕਰ ਦਿੰਦਾ ਹੈ, ਉਸ ਅਵਸਥਾ ਵਿੱਚ ਜਾ ਕੇ ਪਤਾ ਲੱਗਦਾ ਹੈ ਕੌਣ ਕਿੰਨਾ ਕੁ ਧਰਮੀ ਹੈ, ਕਿੰਨਾ ਕੁ ਅਧਰਮੀ ਹੈ। ਧਰਮ ਕਰੇ ਸੋ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀਏ। ਇਸ ਧਰਮ ਦੀ ਅਵਸਥਾ ਵਿੱਚ ਅਸੀਂ ਆ ਕੇ ਸੱਚ ਤੱਕ ਸਫ਼ਰ ਕਰਨ ਦੀ ਸਮਰੱਥਾ ਪੈਦਾ ਕਰ ਲਈਏ, ਸ਼ੁਰੂਆਤ ਕਰ ਲਈਏ, ਤਾਂ ਹੀ ਸਾਡਾ ਜੀਵਨ ਸਫਲ ਹੋ ਸਕਦਾ ਹੈ। ਹੋਈਆਂ ਭੁੱਲਾਂ ਖਿਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।